ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਨੇ ਪਾਸਪੋਰਟ ਅਪਲਾਈ ਕਰਨ ਵਾਲਿਆਂ ਲਈ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼। ਅਮਰੀਕਾ ਜਾਂਦਿਆਂ ਨਦੀ ਵਿੱਚ ਡੁੱਬ ਕੇ ਮਰੇ ਭਾਰਤੀ ਪਰਿਵਾਰ ਦੀ ਹੋਈ ਪਛਾਣ। ਇਸ ਜ਼ਿਲ੍ਹੇ ਨਾਲ ਸੰਬੰਧਿਤ ਦੇਸ਼ ਨਿਕਾਲਾ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਕੀਤਾ ਪ੍ਰਦਰਸ਼ਨ। ਅਮਰੀਕਾ 'ਚ ਖਰਾਬ ਮੌਸਮ ਕਾਰਨ ਹਜ਼ਾਰਾਂ ਉਡਾਣਾਂ ਰੱਦ, ਯਾਤਰੀ ਪਰੇਸ਼ਾਨ। ਅਮਰੀਕਾ ਦੇ ਹੁੱਕਾ ਲਾਉਂਜ ਦੇ ਬਾਹਰ ਗੋਲੀਬਾਰੀ 'ਚ ਇੱਕ ਦੀ ਮੌਤ, 4 ਜ਼ਖਮੀ। ਭਾਰਤੀ ਕੰਪਨੀ ਦੇ ਆਈ ਡ੍ਰੌਪ ਤੇ US ਵਿੱਚ ਮਚੀ ਤਰਥੱਲੀ, 8 ਲੋਕਾਂ ਦੀ ਗਈ ਰੌਸ਼ਨੀ, 3 ਦੀ ਮੌਤ। ਹੁਣ ਅਮਰੀਕਾ 'ਚ ਨਿਲਾਮ ਹੋਏ ਪੰਜਾਬ ਯੂਨੀਵਰਸਿਟੀ ਦੇ 6 ਸਟੂਲ, 18,70,000 ਰੁਪਏ ਦੀ ਲੱਗੀ ਬੋਲੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕੀ ਵਿਦੇਸ਼ ਵਿਭਾਗ ਨੇ ਗਰਮੀਆਂ ਦੇ ਵਿੱਚ ਅੰਤਰਰਾਸ਼ਟਰੀ ਯਾਤਰਾ ਲਈ ਆਪਣੇ ਪਾਸਪੋਰਟ ਬਣਵਾਉਣ ਵਾਲਿਆਂ ਦੀਆਂ ਪਰੇਸ਼ਾਨੀਆਂ ਨੂੰ ਹੱਲ ਕਰਨ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਵਿਭਾਗ ਨੇ ਇੱਕ ਬਿਆਨ 'ਚ ਕਿਹਾ ਕਿ ਅਸੀਂ ਪਾਸਪੋਰਟ ਬਣਵਾਉਣ ਵਾਲਿਆਂ ਲਈ ਸਰਵੋਤਮ ਸੰਭਵ ਸੇਵਾ ਪ੍ਰਦਾਨ ਕਰਨ ਦੇ ਲਈ ਵਚਨਬੱਧ ਹਾਂ। ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਪੱਧਰ ਤੇ ਯਾਤਰਾ ਕਰਨ ਦੇ ਕਾਰਨ ਪਾਸਪੋਰਟ ਦੀ ਬੇਮਿਸਾਲ ਮੰਗ ਹੈ। 2022 ਚ ਰਿਕਾਰਡ 22 ਮਿਲੀਅਨ ਪਾਸਪੋਰਟ ਪ੍ਰਕਿਰਿਆ 'ਚ ਰੱਖੇ ਗਏ ਨੇ। ਵਿਦੇਸ਼ ਵਿਭਾਗ ਨੇ ਕਿਹਾ ਕਿ ਉਸ ਵਿੱਤੀ ਸਾਲ 'ਚ ਫਿਰ ਤੋਂ ਉਸ ਰਿਕਾਰਡ ਨੂੰ ਤੋੜਨ ਦੇ ਲਈ ਤਿਆਰ ਹੈ। ਅੱਜ ਤੱਕ ਵਿਦੇਸ਼ ਵਿਭਾਗ ਨੂੰ ਪਾਸਪੋਰਟ ਦੇ ਲਈ ਪ੍ਰਤੀ ਹਫ਼ਤਾ 5 ਲੱਖ ਤੋਂ ਜ਼ਿਆਦਾ ਅਰਜ਼ੀਆਂ ਪ੍ਰਾਪਤ ਹੋਈਆਂ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਔਸਤ ਨਾਲੋਂ 30 ਤੋਂ 40% ਵੱਧ ਹੈ। ਵਿਭਾਗ ਨੇ ਆਪਣੇ ਕਰਮਚਾਰੀਆਂ ਦੇ ਪੱਧਰ 'ਚ ਵਾਧਾ ਕੀਤਾ, ਜਿਸ ਨਾਲ ਸੈਂਕੜੇ ਨਵੇਂ ਕਰਮਚਾਰੀਆਂ ਨੂੰ ਜੋੜਿਆ ਜਾ ਰਿਹਾ ਹੈ ਤਾਂ ਕਿ ਮੌਜੂਦਾ ਕਰਮਚਾਰੀਆਂ ਦੇ ਓਵਰ ਟਾਈਮ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਣ 'ਚ ਮਦਦ ਮਿਲ ਸਕੇ। ਵਿਭਾਗ ਨੇ ਬਾਅਦ ਵਿੱਚ ਕਾਲਾਂ ਦੀ ਆਮਦ ਨੂੰ ਸੰਭਾਲਣ ਦੇ ਵਿੱਚ ਮਦਦ ਕਰਨ ਦੇ ਲਈ ਰਾਸ਼ਟਰੀ ਪਾਸਪੋਰਟ ਸੂਚਨਾ ਕੇਂਦਰ ਤੇ ਉਪਲਬਧ ਲਾਈਨਾਂ ਅਤੇ ਲੋਕਾਂ ਦੀ ਗਿਣਤੀ 'ਚ ਵਾਧਾ ਕੀਤਾ ਹੈ। ਯਾਤਰਾ ਮਾਹਿਰ ਅਤੇ going.com ਦੇ ਬੁਲਾਰੇ ਕੇਟੀ ਨੇ ਕਿਹਾ ਕਿ ਪਾਸਪੋਰਟ ਉਡੀਕ ਸਮਾਂ ਇਸ ਸਾਲ ਫੈਬਰਵਰੀ ਤੋਂ ਇੱਕ ਵਾਰ ਨਹੀਂ ਸਗੋਂ 2 ਵਾਰ ਵੱਧ ਗਿਆ। ਵਿਭਾਗ ਨੇ ਕਿਹਾ ਕਿ ਇਸ ਸਾਲ ਕੋਈ ਵੀ ਨਿਸ਼ਚਿਤ ਅੰਤਰਰਾਸ਼ਟਰੀ ਯਾਤਰਾ ਯੋਜਨਾ ਬਣਾਉਣ ਤੋਂ ਪਹਿਲਾਂ ਆਪਣੇ ਪਾਸਪੋਰਟ ਦੀ ਅੰਤਿਮ ਤਾਰੀਖ ਦੀ ਜਾਂਚ ਕਰੋ ਅਤੇ ਜੇਕਰ ਇਸ ਨੂੰ ਨਵਿਆਉਣ ਦੀ ਲੋੜ ਹੈ ਜਾਂ ਜੇਕਰ ਯਾਤਰੀ ਨੂੰ ਪਹਿਲੀ ਵਾਰ ਪਾਸਪੋਰਟ ਦੇ ਲਈ ਅਪਲਾਈ ਕਰਨ ਦੀ ਲੋੜ ਹੈ ਤਾਂ ਜਲਦੀ ਤੋਂ ਜਲਦੀ ਕਾਰਵਾਈ ਕਰੋ। ਪਹਿਲੀ ਵਾਰ ਅਪਲਾਈ ਕਰਨ ਵਾਲੇ ਬਾਲਗਾਂ ਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਪਲਾਈ ਕਰਨ ਦੇ ਲਈ ਆਪਣੇ ਮਾਤਾ-ਪਿਤਾ ਦੇ ਨਾਲ ਨਿੱਜੀ ਰੂਪ ਦੇ ਵਿੱਚ ਮੌਜੂਦ ਹੋਣਾ ਚਾਹੀਦਾ ਹੈ। ਪਾਸਪੋਰਟ ਸਵੀਕਾਰ ਕਰਨ ਦੀ ਸਹੂਲਤ ਲੱਭਣ ਦੇ ਲਈ ਆਨਲਾਈਨ ਚੈੱਕ ਕਰਨਾ, ਜਿਸ ਵਿੱਚ ਜਨਤਕ ਲਾਇਬ੍ਰੇਰੀ ਅਤੇ ਡਾਕਖਾਨਾ ਸ਼ਾਮਿਲ ਹੋ ਸਕਦੇ ਨੇ। ਗੈਰ ਕਾਨੂੰਨੀ ਢੰਗ ਦੇ ਨਾਲ ਕਿਸ਼ਤੀ ਰਾਹੀਂ ਕੈਨੇਡਾ ਤੋਂ US ਦੇ ਵਿੱਚ ਦਾਖਲ ਹੋਣ ਦੇ ਦੌਰਾਨ ਕਿਊਬੈਕ ਨਿਊਯਾਰਕ ਸਰਹੱਦ ਤੇ ਇੱਕ ਨਦੀ ਵਿੱਚ ਡੁੱਬ ਕੇ ਮਰੇ 8 ਲੋਕਾਂ ਦੇ ਵਿੱਚ ਸ਼ਾਮਲ ਭਾਰਤੀ ਪਰਿਵਾਰ ਦੀ ਪਛਾਣ ਹੋ ਗਈ ਹੈ। ਇਹ 4 ਮੈਂਬਰਾਂ ਦਾ ਭਾਰਤੀ ਪਰਿਵਾਰ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੇ ਇੱਕ ਪਿੰਡ ਨਾਲ ਸੰਬੰਧਿਤ ਹੈ। ਮ੍ਰਿਤਕਾਂ ਦੇ ਵਿੱਚ ਇੱਕ ਜੋੜਾ ਅਤੇ ਉਹਨਾਂ ਦੇ 2 ਬਾਲਗ ਬੱਚੇ ਸ਼ਾਮਲ ਨੇ। ਹੁਣ ਤੱਕ ਕੁੱਲ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਕੈਨੇਡੀਅਨ ਪੁਲਿਸ ਨੇ ਕਿਹਾ ਕਿ ਮ੍ਰਿਤਕ, ਜੋ ਕਿ ਓਕਵੇਸਨ ਨੇੜੇ ਸੈਂਟ ਲਾਰੈਂਸ ਨਦੀ ਦੇ ਕੰਢੇ ਤੋਂ ਮਿਲੇ ਸੀ, ਮੰਨਿਆ ਜਾਂਦਾ ਹੈ ਕਿ ਉਹ ਭਾਰਤੀ ਅਤੇ ਰੋਮਾਨੀਆ ਮੂਲ ਦੇ 2 ਪਰਿਵਾਰ ਸੀ ਅਤੇ ਅਮਰੀਕਾ ਜਾ ਰਹੇ ਸਨ। ਅਕਵੇਸਾਨ ਨੇ ਮੋਹਾਕ ਪੁਲਿਸ ਨੇ ਬਿਆਨ 'ਚ ਕਿਹਾ। ਹੁਣ ਕੁੱਲ ਮਿਲਾ ਕੇ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਮੌਤਾਂ ਨਾਲ ਜੁੜੇ ਹਾਲਾਤਾਂ ਦੀ ਜਾਂਚ ਜਾਰੀ ਹੈ। ਸ਼ਨੀਵਾਰ ਨੂੰ ਪੁਲਿਸ ਨੇ ਨਦੀ ਨੇੜਿਓਂ ਮਿਲੇ ਰੋਮਾਨੀਆ ਮੂਲ ਦੇ 2 ਲੋਕਾਂ ਦੀ ਪਛਾਣ 28 ਸਾਲਾ ਫਲੋਰਿਨ ਅਤੇ 28 ਸਾਲਾ ਕ੍ਰਿਸਟੀਨਾ ਵਜੋਂ ਵੀ ਕੀਤੀ ਸੀ। ਜਾਲੀ ਆਫਰ ਲੈਟਰਾਂ ਕਾਰਨ ਕੈਨੇਡਾ ਵਿੱਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਸੈਂਕੜੇ ਵਿਦਿਆਰਥੀਆਂ ਨੇ ਆਪਣੇ ਦੇਸ਼ ਨਿਕਾਲੇ ਦੇ ਵਿਰੁੱਧ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਹ ਜਾਲੀ ਆਫਰ ਲੈਟਰ ਜਲੰਧਰ ਦੇ ਇੱਕ ਟਰੈਵਲ ਏਜੰਟ ਅਤੇ ਉਸਦੇ ਸਾਥੀਆਂ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਦਿੱਤੇ ਗਏ ਸੀ। ਇਸ ਦੇ ਲਈ ਉਕਤ ਟਰੈਵਲ ਕਾਰੋਬਾਰੀ ਨੇ ਹਰੇਕ ਵਿਦਿਆਰਥੀ ਤੋਂ ਲੱਖਾਂ ਰੁਪਏ ਵਸੂਲ ਕੀਤੇ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਕੈਨੇਡੀਅਨ ਅਥਾਰਟੀ ਨੂੰ ਜਾਲੀ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਬਾਰੇ ਕਿਵੇਂ ਪਤਾ ਲੱਗਾ, ਜਦੋਂ ਕਿ ਦੂਤਘਰ ਉਹਨਾਂ ਦਸਤਾਵੇਜ਼ਾਂ ਦੇ ਆਧਾਰ ਤੇ ਸਟੱਡੀ ਵੀਜ਼ਾ ਜਾਰੀ ਕਰਨ ਸਮੇਂ ਇਸ ਦਾ ਪਤਾ ਨਹੀਂ ਲਗਾ ਸਕਿਆ।
ਵਿਦਿਆਰਥੀ ਪਿਛਲੇ 2 ਹਫ਼ਤਿਆਂ ਤੋਂ ਟੋਰਾਂਟੋ ਅਤੇ ਹੋਰ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਦੱਸ ਦਈਏ ਕਿ 2018 ਤੋਂ 2022 ਦੇ ਦਰਮਿਆਨ ਜਲੰਧਰ ਦੇ ਇੱਕ ਟਰੈਵਲ ਏਜੰਟ ਨੇ ਕਰੀਬ 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਇੱਕ ਪ੍ਰਾਈਵੇਟ ਕਾਲਜ ਦੇ ਆਫਰ ਲੈਟਰ ਦਿਵਾ ਕੇ ਉਹਨਾਂ ਦੇ ਕੈਨੇਡਾ ਦੇ ਵੀਜ਼ਾ ਲਗਵਾ ਦਿੱਤੇ, ਜਿਸ ਕਾਰਨ ਉਕਤ ट्रैवल कारोबारी ने हरेक विद्यार्थी तो ਲੱਖਾਂ रुपए वसूल किए। 4 सालों के दौरान इस होए फर्जीवाड़े सारे विद्यार्थी कैनेडा पहुंचे। दस्सिया जा रहा कि ज़्यादातर विद्यार्थी टोरंटो च पुजे, जिस तो बाद उक्त ट्रैवल एजेंट ने सारिਆਂ ਨਾਲ संपर्क करके सब ਨੂੰ ਇੱਕੋ ਹੀ ਗੱਲ कही कि जिस कॉलेज ਵਿੱਚ ਉਹ ਜਾ ਰਹੇ ਨੇ ਉੱਥੋਂ ਦੀਆਂ ਸਾਰੀਆਂ ਸੀਟਾਂ ਫੁੱਲ ਹੋ ਚੁੱਕੀਆਂ ਨੇ ਅਤੇ ਸਭ ਨੂੰ ਅਗਲੇ ਸਮੈਸਟਰ ਵਿੱਚ ਸੀਟਾਂ ਦਵਾਈਆਂ ਜਾਣਗੀਆਂ। ਉਹਨਾਂ ਨੇ ਵਿਦਿਆਰਥੀਆਂ ਦਾ ਭਰੋਸਾ ਜਿੱਤਣ ਦੇ ਲਈ ਉਹਨਾਂ ਨੂੰ ਕੁਝ ਰਕਮ ਵੀ ਮੋੜ ਦਿੱਤੀ ਤਾਂ ਕਿ ਵਿਦਿਆਰਥੀਆਂ ਦਾ ਉਹਨਾਂ ਤੇ ਭਰੋਸਾ ਬਣਿਆ ਰਹੇ। ਕੁਝ ਸਮੇਂ ਬਾਅਦ ਉਕਤ ਟਰੈਵਲ ਕਾਰੋਬਾਰੀ ਨੇ ਉੱਥੇ ਪੁੱਜੇ ਵਿਦਿਆਰਥੀਆਂ ਨੂੰ ਕਿਸੇ ਹੋਰ ਕਾਲਜ ਵਿੱਚ ਦਾਖਲਾ ਲੈਣ ਦੀ ਗੱਲ ਕਹੀ। ਫਿਰ ਵਿਦਿਆਰਥੀਆਂ ਨੇ ਹੋਰ ਕਾਲਜਸ ਦੇ ਵਿੱਚ 2 ਸਾਲਾਂ ਦਾ ਡਿਪਲੋਮਾ ਕੋਰਸ ਕਰਨ ਦਾ ਦਾਖਲਾ ਲਿਆ ਅਤੇ ਫਿਰ 2 ਸਾਲ ਤੱਕ ਕਾਲਜ ਦੀ ਪੜ੍ਹਾਈ ਪੂਰੀ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ 1 ਸਾਲ ਵਰਕ ਪਰਮਿਟ ਦੇ ਤਹਿਤ ਉੱਥੇ ਕੰਮ ਵੀ ਕੀਤਾ। ਕੈਨੇਡਾ ਦੀ ਸੀਮਾ ਸੁਰੱਖਿਆ ਏਜੰਸੀ ਦੇ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਉਕਤ ਟਰੈਵਲ ਕਾਰੋਬਾਰੀ ਵੱਲੋਂ ਹੀ ਭੇਜਣ ਦਾ ਦੋਸ਼ ਲਗਾਇਆ ਜਾ ਰਿਹਾ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਕਿ ਕਿਸੇ ਵੀ ਅਰਜ਼ੀ ਤੇ ਉਕਤ ਟਰੈਵਲ ਕਾਰੋਬਾਰੀ ਦੇ ਹਸਤਾਖਰ ਨਹੀਂ ਹਨ, ਜਦਕਿ ਸਾਰੀਆਂ ਅਰਜ਼ੀਆਂ ਤੇ ਵਿਦਿਆਰਥੀਆਂ ਨੇ ਹੀ ਹਸਤਾਖਰ ਕੀਤੇ ਨੇ। ਕੇਂਦਰੀ ਅਮਰੀਕਾ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਜ਼ਬਰਦਸਤ ਤੂਫਾਨ ਆਉਣ ਦੀ ਕੀਤੀ ਗਈ ਭਵਿੱਖਬਾਣੀ ਦੇ ਦਰਮਿਆਨ ਵੱਖ-ਵੱਖ 에ਅਰਲਾਈਨਸ ਨੇ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਨੇ ਜਾਂ ਉਹਨਾਂ ਦੇ ਸਮੇਂ 'ਚ ਤਬਦੀਲੀ ਕੀਤੀ ਗਈ, ਜਿਸ ਕਾਰਨ ਯਾਤਰੀਆਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ। ਫਲਾਈਟ ਟਰੈਕਿੰਗ ਵੈਬਸਾਈਟ ਫਲਾਈਵੇਅਰ ਦੇ ਅਨੁਸਾਰ ਦੁਪਹਿਰ 1:30 ਤੱਕ 670 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਸੀ, ਜਦਕਿ 2700 ਉਡਾਣਾਂ ਦੇ ਸਮੇਂ 'ਚ ਤਬਦੀਲੀ ਕੀਤੀ ਗਈ। ਡੈਲਟਾ 에ਅਰਲਾਈਨਸ ਨੇ ਆਪਣੀਆਂ 303 ਅਰਥਾਤ 9% ਉਡਾਣਾਂ ਰੱਦ ਕਰ ਦਿੱਤੀਆਂ। ਜ਼ਿਆਦਾਤਰ ਮਾਮਲਿਆਂ 'ਚ ਰੱਦ ਹੋਈਆਂ ਉਡਾਣਾਂ ਦੇ ਯਾਤਰੀ ਆਪਣਾ ਪੂਰਾ ਪੈਸਾ ਵਾਪਸ ਲੈ ਸਕਦੇ ਨੇ ਜਾਂ ਨਵੇਂ ਸਿਰ ਤੋਂ ਬਦਲਵੀਂ ਤਰੀਕ ਤੇ ਆਪਣੀ ਸੀਟ ਬੁੱਕ ਕਰਵਾ ਸਕਦੇ ਨੇ। ਅਮਰੀਕਾ ਦੇ ਉੱਤਰੀ ਕੈਰੋਲੀਨਾ 'ਚ ਹੁੱਕਾ ਲਾਉਂਜ ਦੀ ਪਾਰਕਿੰਗ ਵਿੱਚ ਹੋਈ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 4 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਫੈਟਵਿਲੇ ਪੁਲਿਸ ਵਿਭਾਗ ਨੇ ਫੇਸਬੁੱਕ ਤੇ ਪੋਸਟ ਕੀਤੇ ਇੱਕ ਬਿਆਨ 'ਚ ਕਿਹਾ ਕਿ ਗੋਲੀਬਾਰੀ ਐਤਵਾਰ ਰਾਤ 11 ਵਜੇ ਵੀ ਲੁਕਸ ਹੁੱਕਾ ਲਾਉਂਜ ਵਿੱਚ ਹੋਈ। ਲਾਉਂਜ ਦੇ ਅੰਦਰ ਹੋਏ ਝਗੜੇ ਕਾਰਨ ਪਾਰਕਿੰਗ ਦੇ ਵਿੱਚ ਹੋਈ ਗੋਲੀਬਾਰੀ ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋਈ ਅਤੇ 4 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ 'ਚ ਇੱਕ ਦੀ ਹਾਲਤ ਗੰਭੀਰ ਹੈ ਤੇ 3 ਮਾਮੂਲੀ ਜ਼ਖਮੀ ਨੇ। ਉਹਨਾਂ ਨੇ ਕਿਹਾ ਕਿ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਾ ਕਿ ਲਾਉਂਜ ਦੇ ਅੰਦਰ ਹੋਏ ਝਗੜੇ ਕਾਰਨ ਪਾਰਕਿੰਗ ਦੇ ਵਿੱਚ ਗੋਲੀਬਾਰੀ ਹੋਈ। ਭਾਰਤੀ ਦਵਾਈ ਕੰਪਨੀ ਦੀਆਂ ਅੱਖਾਂ ਦੀਆਂ ਬੂੰਦਾਂ ਨੂੰ ਲੈ ਕੇ ਅਮਰੀਕਾ 'ਚ ਹਲਚਲ ਮਚ ਗਈ ਹੈ। ਰਿਪੋਰਟ ਦੇ ਮੁਤਾਬਕ ਇੱਥੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 8 ਨੂੰ ਇਸ ਦੀ ਵਰਤੋਂ ਕਾਰਨ ਆਪਣੀ ਰੌਸ਼ਨੀ ਗੁਆਉਣੀ ਪਈ ਹੈ। ਅਮਰੀਕਾ ਦੇ ਟਾਪੂ ਮੈਡੀਕਲ ਵਾਚਡੌਗ ਨੇ ਇਸ ਬੂੰਦ ਵਿੱਚ ਡਰੱਗ ਰੋਧਕ ਬੈਕਟੀਰੀਆ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਦੀ ਵਰਤੋਂ ਦੇ ਨਾਲ ਇਨਫੈਕਸ਼ਨ ਦੇ ਦਰਜਨਾਂ ਮਾਮਲੇ ਸਾਹਮਣੇ ਆ ਚੁੱਕੇ ਨੇ। ਇਹ ਦਵਾਈ 'ਚ ਨਈ ਆਧਾਰਿਤ ਗਲੋਬਲ ਫਰਮਾ ਹੈਲਥ ਕੇਅਰ ਦੁਆਰਾ ਅਰਜ਼ੀ ਕੇਅਰ ਆਰਟੀਫੀਸ਼ੀਅਲ ਟੀਅਰਸ ਬ੍ਰਾਂਡ ਨਾਮ ਤਹਿਤ ਬਣਾਈ ਗਈ ਹੈ। CDC ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਭਾਰਤ ਤੋਂ ਦਰਾਮਦ ਕੀਤੀ ਆਈ ਡ੍ਰੌਪਸ 'ਚ ਪਾਇਆ ਜਾਣ ਵਾਲਾ ਇੱਕ ਡਰੱਗ ਰੋਧਕ ਬੈਕਟੀਰੀਆ ਅਮਰੀਕਾ 'ਚ ਪੈਰ ਜਮਾ ਸਕਦਾ ਹੈ। ਛੂਤ ਦੀਆਂ ਬਿਮਾਰੀਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਟ੍ਰੇਨ ਅਮਰੀਕਾ 'ਚ ਇਸ ਤੋਂ ਪਹਿਲਾਂ ਨਹੀਂ ਮਿਲਿਆ। ਅਜਿਹੇ 'ਚ ਦੇਸ਼ ਕੋਲ ਮੌਜੂਦਾ ਐਂਟੀਬਾਇਓਟਿਕਸ ਦੇ ਨਾਲ ਇਸ ਦਾ ਇਲਾਜ ਕਰਾਉਣਾ ਮੁਸ਼ਕਿਲ ਹੈ। ਜ਼ਿਕਰਯੋਗ ਹੈ ਕਿ ਗਲੋਬਲ ਫਰਮਾ ਹੈਲਥ ਕੇਅਰ ਚੇਨਈ ਤੋਂ ਲਗਭਗ 40 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ। ਇਸਨੇ ਫੈਬਰਵਰੀ 'ਚ ਹੀ ਅਮਰੀਕੀ ਬਾਜ਼ਾਰ ਲਈ ਆਈ ਡ੍ਰੌਪ ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਨਾਲ ਹੀ ਗਾਹਕ ਪੱਧਰ ਤੇ ਇਸ ਆਈ ਕੇਅਰ ਦਾ ਜੋ ਸੀਗਾ ਆਰਟੀਫੀਸ਼ੀਅਲ ਟੀਅਰਸ ਤੇ ਡੇਲਸ ਫਾਰਮਾ ਆਰਟੀਫੀਸ਼ੀਅਲ ਟੀਅਰਸ ਦੇ ਸਾਰੇ ਬਚੇ ਹੋਏ ਲੋਟ ਨੂੰ ਵੀ ਵਾਪਸ ਲੈ ਲਿਆ ਗਿਆ। ਸ਼ਹਿਰ ਦੇ ਹੈਰੀਟੇਜ ਫਰਨੀਚਰ ਦੀ ਵਿਦੇਸ਼ਾਂ ਵਿੱਚ ਨਿਲਾਮੀ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਵਾਰ ਅਮਰੀਕਾ 'ਚ ਦੂਜੀ ਵੱਡੀ ਨਿਲਾਮੀ ਹੋਈ, ਜਿਸ ਦੇ ਵਿੱਚ 9 ਹੈਰੀਟੇਜ ਆਈਟਮਾਂ ਕਰੀਬ 1 ਕਰੋੜ ਰੁਪਏ ਵਿੱਚ ਵਿਕੀਆਂ। ਇਨ੍ਹਾਂ 'ਚ ਸਭ ਤੋਂ ਮਹਿੰਗਾ ਪੰਜਾਬ ਯੂਨੀਵਰਸਿਟੀ ਦੇ 6 ਸਟੂਲਾਂ ਦਾ ਸੈੱਟ 18,70,000 ਰੁਪਏ ਵਿੱਚ ਵਿਕਿਆ ਹੈ। ਅਮਰੀਕਾ ਦੇ ਵੋਨਹਾਮ ਸ਼ਹਿਰ ਵਿੱਚ 14 ਮਾਰਚ ਨੂੰ ਚੰਡੀਗੜ੍ਹ ਦੇ ਹੈਰੀਟੇਜ ਆਈਟਮਾਂ ਦੀ ਨਿਲਾਮੀ ਹੋਈ, ਜਿਸ ਵਿੱਚ ਇੱਕ ਟੇਬਲ ਕਰੀਬ 5,36,000 ਵਿੱਚ ਵਿਕਿਆ। ਇਸ ਤੋਂ ਬਾਅਦ 30 ਮਾਰਚ ਨੂੰ ਸ਼ਿਕਾਗੋ ਵਿੱਚ ਦੂਜੀ ਨਿਲਾਮੀ ਹੋਈ। ਇਸ ਵਿੱਚ 9 ਆਈਟਮਾਂ 1 ਕਰੋੜ ਰੁਪਏ ਵਿੱਚ ਵਿਕੀਆਂ ਨੇ। ਜਿਨ੍ਹਾਂ ਆਈਟਮਾਂ ਨੂੰ ਨਿਲਾਮੀ ਵਿੱਚ ਰੱਖਿਆ ਗਿਆ ਉਸ ਵਿੱਚ ਹਾਈ ਕੋਰਟ ਦੀਆਂ ਕੁਰਸੀਆਂ, MLA ਫਲੈਟਸ ਬੈਂਚ ਕੁਰਸੀ ਅਤੇ ਮੇਜ਼, PU ਦੀਆਂ 8 ਕੁਰਸੀਆਂ ਦਾ ਸੈੱਟ, MLA ਫਲੈਟ ਦੇ ਨਾਈਟ ਸਟੈਂਡ, ਟੇਬਲ ਅਤੇ ਸਟੂਲ, PU ਦੇ ਬਾਕਸ ਸਟੂਲ, PU ਦੇ 3 ਸਟੂਲਾਂ ਦਾ ਇੱਕ ਸੈੱਟ, ਡੈਸਕ ਅਤੇ ਕੁਰਸੀਆਂ ਸ਼ਾਮਲ ਨੇ।
ਇਹ ਸਾਰੇ 1,64,00,000 ਰੁਪਏ ਵਿੱਚ ਨਿਲਾਮ ਹੋਏ। ਚੰਡੀਗੜ੍ਹ ਹੈਰੀਟੇਜ ਆਈਟਮ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੇ ਜੱਗਾ ਨੇ ਰਾਜ ਸਭਾ ਦੇ ਜਨਰਲ ਸਕੱਤਰ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਦੇ ਕਿਸੇ ਵਿਰੋਧ ਦੇ ਬਿਨਾਂ ਵਿਦੇਸ਼ਾਂ ਵਿੱਚ ਹੈਰੀਟੇਜ ਵਸਤਾਂ ਦੀ ਰੈਗੂਲਰ ਨਿਲਾਮੀ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨਿਲਾਮੀ ਕਰ ਹੈਰੀਟੇਜ ਫਰਨੀਚਰਸ ਦੀ ਨਿਲਾਮੀ ਵਿੱਚ ਹੁਣ ਪਛਾਣ ਚਿੰਨ੍ਹ ਵੀ ਐਲਾਨ ਕਰ ਰਹੇ ਨੇ, ਜਿਵੇਂ ਕਿ 14 ਮਾਰਚ ਨੂੰ ਜਿਸ ਮੇਜ਼ ਦੀ ਨਿਲਾਮੀ ਹੋਈ ਉਸ ਤੇ PUEC ਲਿਖਿਆ ਹੋਇਆ ਹੈ, ਜੋ ਇਸ਼ਾਰਾ ਕਰਦਾ ਹੈ ਕਿ ਇਮੇਜ ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ ਦਾ ਹੋ ਸਕਦਾ ਹੈ। ਇਹ ਨਿਲਾਮੀ ਕਰੀਬ 5,36,000 ਰੁਪਏ ਵਿੱਚ ਵਿਕਿਆ ਹੈ। ਇਹ ਟੇਬਲ ਔਰ ਸ਼ਿਕਾਇਤ ਵਿੱਚ ਜੱਗਾ ਨੇ ਕਿਹਾ ਕਿ ਇਹਨਾਂ ਆਈਟਮਸ ਨੂੰ ਦੇਸ਼ ਤੋਂ ਬਾਹਰ ਲਿਆਉਣ ਦੇ ਲਈ ਜੋ ਦਸਤਾਵੇਜ਼ ਇਸਤੇਮਾਲ ਕੀਤੇ ਗਏ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜੋ ਵੀ ਫਰਨੀਚਰ ਦੀ ਸਮਗਲਿੰਗ ਵਿੱਚ ਸ਼ਾਮਲ ਹੈ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਥਾਨਕ ਪੱਧਰ ਤੇ ਵੀ ਇਸ ਦੀ ਚੋਰੀ ਰੋਕਣ ਦੇ ਲਈ ਯਤਨ ਕੀਤੇ ਜਾਣੇ ਚਾਹੀਦੇ ਨੇ। ਉਹਨਾਂ ਨੇ ਕਿਹਾ ਕਿ ਹੈਰੀਟੇਜ ਫਰਨੀਚਰ ਦੀ ਸੰਭਾਲ ਦੇ ਲਈ ਨਿਯਮ ਬਣਾਉਣ ਦੀ ਵੀ ਜ਼ਰੂਰਤ ਹੈ, ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਸ਼ਹਿਰ ਦੇ ਕਰੋੜਾਂ ਰੁਪਏ ਦੇ ਹੈਰੀਟੇਜ ਫਰਨੀਚਰ USA, UK, ਫਰਾਂਸ ਅਤੇ ਜਰਮਨੀ ਸਮੇਤ ਹੋਰ ਦੇਸ਼ਾਂ ਵਿੱਚ ਨਿਲਾਮੀ ਹੋ ਚੁੱਕੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੋਮਵਾਰ ਨੂੰ ਆਪਣੇ ਚੰਨ ਮਿਸ਼ਨ ਦਾ ਐਲਾਨ ਕੀਤਾ। 50 ਸਾਲਾਂ ਬਾਅਦ ਨਾਸਾ ਵੱਲੋਂ 4 ਪੁਲਾੜ ਯਾਤਰੀਆਂ ਨੂੰ ਚੰਨ ਤੇ ਭੇਜਿਆ ਜਾਏਗਾ। ਕ੍ਰਿਸਟੀਨਾ ਕੋਚ ਚੰਨ ਤੇ ਜਾਣ ਵਾਲੇ 4 ਪੁਲਾੜ ਯਾਤਰੀਆਂ ਵਿੱਚੋਂ ਪਹਿਲੀ ਮਹਿਲਾ ਪੁਲਾੜ ਯਾਤਰੀ ਬਣ ਜਾਏਗੀ, ਜਿਸ ਨੂੰ ਮਿਸ਼ਨ ਤੇ ਨਿਯੁਕਤ ਕੀਤਾ ਗਿਆ, ਜਦਕਿ ਵਿਕਟਰ ਗਲੋਵਰ ਪਹਿਲੇ ਗੈਰ ਗੋਰੇ ਪੁਲਾੜ ਯਾਤਰੀ ਹੋਣਗੇ। ਨਾਸਾ ਦਾ ਇਹ ਮਿਸ਼ਨ 2024 ਦੇ ਅਖੀਰ ਜਾਂ 2025 ਦੇ ਸ਼ੁਰੂ ਵਿੱਚ ਲਾਂਚ ਕੀਤਾ ਜਾਏਗਾ। ਉਹ ਪੁਲਾੜ ਯਾਤਰੀ ਰੀਡ ਬਿਜ਼ਮੈਨ ਅਤੇ ਜ਼ਰੇਮੀ ਦੇ ਨਾਲ ਰਵਾਨਾ ਹੋਣਗੇ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਹ ਪੁਲਾੜ ਯਾਤਰੀ ਚੰਨ ਤੇ ਨਹੀਂ ਉਤਰਨਗੇ, ਪਰ ਇਹ ਮਿਸ਼ਨ ਆਉਣ ਵਾਲੇ ਪੁਲਾੜ ਯਾਤਰੀਆਂ ਲਈ ਲੈਂਡਿੰਗ ਦਾ ਰਸਤਾ ਆਸਾਨ ਬਣਾ ਦੇਵੇਗਾ। ਨਾਸਾ ਨੇ ਹਿਊਸਟਨ, ਟੈਕਸਾਸ ਦੇ ਵਿੱਚ ਇੱਕ ਸਮਾਰੋਹ ਦੇ ਦੌਰਾਨ 4 ਪੁਲਾੜ ਯਾਤਰੀਆਂ ਦਾ ਖੁਲਾਸਾ ਕੀਤਾ। ਇਹਨਾਂ ਪੁਲਾੜ ਯਾਤਰੀਆਂ ਵਿੱਚੋਂ 3 ਅਮਰੀਕੀ ਨਾਗਰਿਕ ਨੇ ਅਤੇ 1 ਕੈਨੇਡਾ ਦਾ ਹੈ। ਇਹ ਪੁਲਾੜ ਯਾਤਰੀ ਹੁਣ ਆਪਣੇ ਆਪ ਨੂੰ ਮਿਸ਼ਨ ਦੇ ਲਈ ਤਿਆਰ ਕਰਨ ਦੇ ਲਈ ਸਖਤ ਸਿਖਲਾਈ ਸ਼ੁਰੂ ਕਰਨਗੇ। ਨਾਸਾ ਇੱਕ ਔਰਤ ਅਤੇ ਇੱਕ ਗੈਰ ਗੋਰੇ ਪੁਲਾੜ ਯਾਤਰੀ ਨੂੰ ਚੁਣਨ ਤੋਂ ਬਾਅਦ ਆਪਣੇ ਖੋਜ ਯਤਨਾਂ ਦੇ ਵਿੱਚ ਹੋਰ ਵਿਭਿੰਨਤਾ ਲਿਆਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਿਹਾ ਹੈ। ਹੁਣ ਤੱਕ ਨਾਸਾ ਅਤੇ ਹੋਰ ਏਜੰਸੀਆਂ ਤੋਂ ਗਏ ਸਾਰੇ ਪੁਲਾੜ ਯਾਤਰੀ ਗੋਰੇ ਸਨ। ਚੰਨ ਤੇ ਚੱਲਣ ਵਾਲੀ ਪਹਿਲੀ ਮਹਿਲਾ ਪੁਲਾੜ ਯਾਤਰੀ ਕ੍ਰਿਸਟੀਨਾ ਕੋਚ ਇੱਕ ਇਲੈਕਟ੍ਰੀਕਲ ਇੰਜੀਨੀਅਰ ਹੈ। ਉਹ ਪੁਲਾੜ ਵਿੱਚ 328 ਦਿਨ ਰਹਿ ਚੁੱਕੀ ਹੈ ਅਤੇ ਕਿਸੇ ਔਰਤ ਦੇ ਦੁਆਰਾ ਇਹ ਪੁਲਾੜ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਦਾ ਰਿਕਾਰਡ ਹੈ। ਉਸਨੇ ਅਕਤੂਬਰ 2019 ਚ ਇੱਕ ਹੋਰ ਨਾਸਾ ਪੁਲਾੜ ਯਾਤਰੀ ਜੈਸਿਕਾ ਮੀਰ ਦੇ ਨਾਲ ਪਹਿਲੀ ਆਲ ਫੀਮੇਲ ਸਪੇਸ ਵਾਕ ਵਿੱਚ ਹਿੱਸਾ ਲਿਆ। ਜਦੋਂ ਤੋਂ ਐਲਨ ਮਸਕ ਨੂੰ ਟਵਿੱਟਰ ਦੀ ਮਲਕੀਅਤ ਮਿਲੀ ਹੈ, ਉਦੋਂ ਤੋਂ ਹੀ ਇਸ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੁਝ ਹੈਰਾਨ ਪਰੇਸ਼ਾਨ ਕਰਨ ਵਾਲੇ ਬਦਲਾਅ ਹੋਏ ਨੇ। ਤਾਜ਼ਾ ਮਾਮਲਾ ਵੀ ਕੁਝ ਅਜਿਹਾ ਹੀ ਹੈ। ਹੁਣ ਐਲਨ ਮਸਕ ਵੱਲੋਂ ਟਵਿੱਟਰ ਦਾ ਲੋਗੋ ਬਦਲ ਦਿੱਤਾ ਗਿਆ ਹੈ। ਹੁਣ ਤੱਕ ਸੋਸ਼ਲ ਮੀਡੀਆ ਪਲੇਟਫਾਰਮ ਦਾ ਲੋਗੋ ਬਲੂ ਬਰਡ ਹੁੰਦਾ ਸੀ, ਜਾਣੀ ਕਿ ਇੱਕ ਚਿੜੀ। ਹੁਣ ਇਸ ਨੂੰ ਬਦਲ ਦਿੱਤਾ ਗਿਆ ਹੈ। ਕੰਪਨੀ ਨੇ ਸੋਮਵਾਰ ਰਾਤ ਨੂੰ ਆਪਣੇ ਲੋਗੋ 'ਚ ਬਦਲਾਅ ਕੀਤਾ। ਇਸ ਦੇ ਨਾਲ ਡੌਜਕੋਇਨ ਦੀ ਕੀਮਤ 8% ਤੱਕ ਵਧ ਗਈ ਹੈ। ਐਲਨ ਮਸਕ ਅਕਤੂਬਰ 2022 ਚ $44 ਬਿਲੀਅਨ ਦੇ ਸੌਦੇ ਨਾਲ ਟਵਿੱਟਰ ਦੇ ਮਾਲਕ ਬਣੇ। ਇਸ ਤੋਂ ਬਾਅਦ ਕੰਪਨੀ 'ਚ ਕਈ ਬਦਲਾਅ ਕੀਤੇ ਗਏ। ਹਾਲ ਹੀ 'ਚ ਸੋਸ਼ਲ ਮੀਡੀਆ ਪਲੇਟਫਾਰਮ ਪੇਡ ਟਵਿੱਟਰ ਬਲੂ ਸਬਸਕ੍ਰਿਪਸ਼ਨ ਨੂੰ ਲੈ ਕੇ ਚਰਚਾ 'ਚ ਸੀ ਤੇ ਹੁਣ ਲੋਗੋ ਬਦਲਣ ਦਾ ਮਾਮਲਾ ਸਾਹਮਣੇ ਆਇਆ। ਟਵਿੱਟਰ ਦਾ ਲੋਗੋ ਬਦਲਣ ਤੇ ਯੂਜ਼ਰਸ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਇੱਕ ਪਾਸੇ ਜਿੱਥੇ ਕਈ ਯੂਜ਼ਰਸ ਐਲਨ ਮਸਕ ਦੇ ਇਸ ਕਾਰਨਾਮੇ ਤੋਂ ਹੈਰਾਨ ਨੇ, ਤਾਂ ਉੱਥੇ ਦੂਜੇ ਪਾਸੇ ਕੁਝ ਲੋਕ ਇਸ ਨੂੰ ਪ੍ਰੈਂਕ ਵੀ ਸਮਝ ਰਹੇ ਨੇ। ਇਸ ਤੋਂ ਇਲਾਵਾ ਕੁਝ ਲੋਕ ਇਹ ਵੀ ਸਵਾਲ ਕਰ ਰਹੇ ਨੇ ਕਿ ਕੀ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਦੱਸ ਦਈਏ ਕਿ ਐਲਨ ਮਸਕ ਸ਼ੁਰੂ ਤੋਂ ਹੀ ਇਸ ਦੇ ਸਮਰਥਕ ਰਹੇ ਨੇ, ਜੋ ਇੱਕ ਮੀਮ ਕ੍ਰਿਪਟੋ ਕਰੰਸੀ ਹੈ। ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ। ਇੱਥੇ ਮੈਸਾਚੂਸੇਟਸ ਰਾਜ ਦੀ ਰਾਜਧਾਨੀ ਬੋਸਟਨ ਦੇ ਲੋਗਾਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬੱਸ ਦੀ ਲਪੇਟ 'ਚ ਆਉਣ ਦੇ ਨਾਲ ਆਂਧਰਾ ਪ੍ਰਦੇਸ਼ ਦੇ 47 ਸਾਲਾ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ, ਜਿੱਥੇ ਉਹ ਆਪਣੇ ਦੋਸਤ ਨੂੰ ਲੈਣ ਗਿਆ ਸੀ। ਮੈਸਾਚੂਸੇਟਸ ਰਾਜ ਪੁਲਿਸ ਨੇ ਕਿਹਾ ਕਿ ਲੇਕਸਿੰਗਟਨ ਦਾ ਵਿਸ਼ਵ ਚੰਦ ਕੋਲਾ ਪਿਛਲੇ ਹਫ਼ਤੇ ਟਰਮੀਨਲ B ਦੇ ਕਰਬ ਨੇੜੇ ਆਪਣੀ ਕਾਰ ਦੇ ਬਾਹਰ ਖੜਾ ਸੀ, ਜਦੋਂ ਇੱਕ ਡਾਰਟਮਾਊਥ ਟਰਾਂਸਪੋਰਟੇਸ਼ਨ ਮੋਟਰ ਕੋਚ ਨੇ ਉਸ ਨੂੰ ਟੱਕਰ ਮਾਰੀ ਅਤੇ ਉਸ ਨੂੰ SUV ਦੀ ਡਰਾਈਵਰ ਸਾਈਡ ਸਮੇਤ ਖਿੱਚ ਲਿਆ। ਇੱਕ ਆਫ ਡਿਊਟੀ ਨਰਸ ਕੋਲਾ ਦੀ ਮਦਦ ਦੇ ਲਈ ਪਹੁੰਚੀ, ਪਰ 2 ਬੱਚਿਆਂ ਦੇ ਪਿਤਾ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੇ ਬੱਸ ਡਰਾਈਵਰ ਇੱਕ 54 ਸਾਲਾ ਔਰਤ ਦਾ ਨਾਮ ਜਾਰੀ ਨਹੀਂ ਕੀਤਾ ਹੈ, ਜੋ ਪੁਲਿਸ ਦੀ ਜਾਂਚ ਵਿੱਚ ਸਹਾਇਤਾ ਕਰ ਰਹੀ ਹੈ। ਹਾਦਸੇ ਤੋਂ ਬਾਅਦ ਸਵਾਰੀਆਂ ਨੂੰ ਬੱਸ 'ਚੋਂ ਉਤਾਰ ਦਿੱਤਾ ਗਿਆ ਅਤੇ ਟਰਮੀਨਲ B ਤੇ ਸਾਰੀ ਬੱਸ ਸੇਵਾ ਰਾਤ ਦੇ ਬਾਕੀ ਸਮੇਂ ਲਈ ਰੱਦ ਕਰ ਦਿੱਤੀ ਗਈ। ਡਾਰਟਮਾਊਥ ਕੋਚ ਨੇ ਇੱਕ ਬਿਆਨ 'ਚ ਕਿਹਾ
ਕਿ ਲੋਗਾਨ ਹਵਾਈ ਅੱਡੇ ਤੇ ਘਟਨਾ ਤੋਂ ਪ੍ਰਭਾਵਿਤ ਹਰ ਕਿਸੇ ਦੇ ਨਾਲ ਸਾਡੀ ਡੂੰਘੀ ਹਮਦਰਦੀ ਹੈ। ਅਸੀਂ ਹੋਰ ਜਾਣਕਾਰੀ ਇਕੱਠੀ ਕਰਨ ਦੇ ਲਈ ਮੈਸਾਚੂਸੇਟਸ ਸਟੇਟ ਪੁਲਿਸ ਅਤੇ ਮਾਸਪੋਰਟ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਮੈਸਾਚੂਸੇਟਸ ਰਾਜ ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਫਿਲਹਾਲ ਕੋਈ ਅਪਰਾਧਿਕ ਦੋਸ਼ ਦਾਇਰ ਨਹੀਂ ਕੀਤੇ ਗਏ। ਕੋਲਾ ਪੇਸ਼ੇ ਤੋਂ ਇੱਕ ਡੇਟਾ ਸਾਇੰਟਿਸਟ ਸੀ ਅਤੇ ਉਸਨੇ ਹਾਲ ਹੀ ਵਿੱਚ ਟੇਕੇਡਾ ਵਿੱਚ ਇੱਕ ਡੇਟਾ ਵਿਸ਼ਲੇਸ਼ਣ ਨਿਰਦੇਸ਼ਕ ਦੇ ਤੌਰ ਤੇ ਕੰਮ ਕੀਤਾ और उसने जॉन हैनकॉक, डेलोइट, बॉस्टन कंसल्टिंग ग्रुप, IBM ਅਤੇ ਸਨ ਮਾਈਕਰੋਸਿਸਟਮ ਵਿੱਚ ਪ੍ਰਬੰਧਨ ਸਲਾਹਕਾਰ ਵਜੋਂ ਕੰਮ ਕੀਤਾ ਸੀ। ਉਹ ਗ੍ਰੇਟਰ ਬੌਸਟਨ ਖੇਤਰ ਵਿੱਚ ਤੇਲਗੂ ਅਤੇ ਭਾਰਤੀ ਭਾਈਚਾਰਿਆਂ ਦਾ ਇੱਕ ਸਰਗਰਮ ਮੈਂਬਰ ਵੀ ਸੀ, ਜਿਸ ਵਿੱਚ NRIV ਵਸਵੀ ਐਸੋਸੀਏਸ਼ਨ ਅਤੇ ਗ੍ਰੇਟਰ ਬੌਸਟਨ ਦੀ ਤੇਲਗੂ ਐਸੋਸੀਏਸ਼ਨ ਸ਼ਾਮਲ ਹੈ। ਕੋਲਾ ਇੱਕ ਪਰਉਪਕਾਰੀ ਵਿਅਕਤੀ ਸੀ। ਉਹ ਇੱਕ ਡੂੰਘਾ ਅਧਿਆਤਮਕ ਵਿਅਕਤੀ ਸੀ ਜਿਸ ਨੇ ਆਪਣਾ ਜੀਵਨ ਵੈਦਿਕ ਅਤੇ ਅਧਿਆਤਮਕ ਜੀਵਨ ਦੇ ਲਈ ਸਮਰਪਿਤ ਕੀਤਾ। ਅਮਰੀਕਾ ਦੇ ਬਰਮਿੰਗਮ ਰਾਜ ਵਿੱਚ ਇੱਕ ਮਰੀਜ਼ ਨੂੰ ਲਿਜਾ ਰਿਹਾ ਇੱਕ ਮੈਡੀਕਲ ਹੈਲੀਕਾਪਟਰ ਐਤਵਾਰ ਨੂੰ ਅਲਬਾਮਾ ਸ਼ਹਿਰ ਦੇ ਦੱਖਣ ਪੂਰਬ ਦੇ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ 'ਚ ਹੈਲੀਕਾਪਟਰ ਤੇ ਸਵਾਰ ਚਾਲਕ ਦਲ ਦੇ 2 ਮੈਂਬਰਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਐਸੋਸੀਏਟਿਡ ਪ੍ਰੈਸ ਨੂੰ ਇੱਕ ਈਮੇਲ ਵਿੱਚ ਦੱਸਿਆ ਕਿ ਯੂਰੋਕਾਪਟਰ EC-130 ਵਿੱਚ ਚਾਲਕ ਦਲ ਦੇ 3 ਮੈਂਬਰ ਸਵਾਰ ਸਨ। ਸ਼ੈਲਬੀ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਡਿਪਟੀ ਚੀਫ ਕਲੇਕ ਹੈਮੇਕ ਨੇ ਕਿਹਾ ਕਿ ਹਾਦਸਾਗ੍ਰਸਤ ਜਹਾਜ਼ ਇੱਕ ਮੈਡੀਕਲ ਹੈਲੀਕਾਪਟਰ ਸੀ ਜਿਸ ਵਿੱਚ ਸਾਹ ਲੈਣ ਵਿੱਚ ਤਕਲੀਫ ਅਤੇ ਛਾਤੀ ਵਿੱਚ ਦਰਦ ਤੋਂ ਪੀੜਤ ਮਰੀਜ਼ ਸੀ। ਰਿਪੋਰਟ ਦੇ ਮੁਤਾਬਕ ਅਧਿਕਾਰੀਆਂ ਨੇ ਜਹਾਜ਼ ਹਾਦਸੇ ਦੀ ਰਿਪੋਰਟ ਦਰਜ ਕੀਤੀ ਅਤੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਦੀ ਮੌਕੇ ਤੇ ਮੌਤ ਹੋ ਗਈ ਸੀ। 2 ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਵਿੱਚੋਂ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਤੀਜੇ ਵਿਅਕਤੀ ਦੀ ਹਾਲਤ ਬਾਰੇ ਤੁਰੰਤ ਜਾਣਕਾਰੀ ਉਪਲਬਧ ਨਹੀਂ ਸੀ। ਹੈਲੀਕਾਪਟਰ ਜਿਸ ਮਰੀਜ਼ ਨੂੰ ਲਿਜਾ ਰਿਹਾ ਸੀ ਉਸ ਨੂੰ ਕਿਸੇ ਹੋਰ ਵਾਹਨ ਵਿੱਚ ਹਸਪਤਾਲ ਲਿਜਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਹ ਮਰੀਜ਼ ਪਰਬਤਾਰੋਹੀ ਹੈ ਅਤੇ ਇਸ ਸਮੇਂ ਉਸ ਦਾ ਇਲਾਜ ਚੱਲ ਰਿਹਾ। ਉਸਨੇ ਦੱਸਿਆ ਗਿਆ ਹੈ ਕਿ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਨੂੰ ਅੱਗ ਲੱਗ ਗਈ ਸੀ। ਆਈਫੋਨ ਨਿਰਮਾਤਾ ਐਪਲ ਕਰਮਚਾਰੀਆਂ ਦੀ ਗਿਣਤੀ ਵਿੱਚ ਕਟੌਤੀ ਕਰੇਗੀ। ਐਪਲ ਇੰਕ ਆਪਣੀਆਂ ਕਾਰਪੋਰੇਟ ਰਿਟੇਲ ਟੀਮਾਂ ਦੇ ਅੰਦਰ ਕਈ ਅਹੁਦਿਆਂ ਨੂੰ ਖਤਮ ਕਰ ਰਿਹਾ। ਬਲੂਮਬਰਗ ਨਿਊਜ਼ ਨੇ ਸੋਮਵਾਰ ਨੂੰ ਇਸ ਮਾਮਲੇ ਤੋਂ ਜਾਣੂ ਲੋਕਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਕੀਤੀ। ਰਿਪੋਰਟ ਵਿੱਚ ਕਿਹਾ ਗਿਆ ਕਿ ਛਾਂਟੀ ਦਾ ਪ੍ਰਭਾਵ ਇਹ ਹੋਏਗਾ ਕਿ ਐਪਲ ਦੀਆਂ ਵਿਕਾਸ ਅਤੇ ਸੁਰੱਖਿਆ ਟੀਮਾਂ ਵਿੱਚ ਬਹੁਤ ਜ਼ਿਆਦਾ ਸਟਾਫ ਘੱਟ ਹੋਣ ਦੀ ਸੰਭਾਵਨਾ ਹੈ। ਵੱਧਦੀਆਂ ਵਿਆਜ ਦਰਾਂ ਕਾਰਨ ਆਰਥਿਕ ਮੰਦੀ ਦੀ ਚਿੰਤਾ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਕਾਰਪੋਰੇਟ ਅਮਰੀਕਾ 'ਚ ਨੌਕਰੀਆਂ 'ਚ ਭਾਰੀ ਕਟੌਤੀ ਕੀਤੀ ਹੈ। ਫੇਸਬੁੱਕ ਪੈਰੈਂਟ ਮੇਟਾ ਪਲੇਟਫਾਰਮ ਨੇ ਪਿਛਲੇ ਮਹੀਨੇ ਕਿਹਾ ਸੀਗਾ ਕਿ ਉਹ ਇਸ ਸਾਲ 10,000 ਨੌਕਰੀਆਂ ਦੀ ਕਟੌਤੀ ਕਰੇਗੀ। ਇਸ ਨੂੰ ਵੱਡੇ ਪੱਧਰ ਤੇ ਛਾਂਟੀ ਦੇ ਦੂਜੇ ਦੌਰ ਦਾ ਐਲਾਨ ਕਰਨ ਵਾਲੀ ਪਹਿਲੀ ਵੱਡੀ ਤਕਨੀਕੀ ਕੰਪਨੀ ਬਣ ਜਾਏਗੀ। 2016 ਚ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਕ ਪੌਰਨ ਸਟਾਰ ਨੂੰ ਗੁਪਤ ਤਰੀਕੇ ਦੇ ਨਾਲ ਪੈਸੇ ਦੇਣ ਦੇ ਮਾਮਲੇ 'ਚ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਡੋਨਾਲਡ ਟਰੰਪ ਪਿਛਲੇ ਹਫ਼ਤੇ ਮੈਨਹਟਨ ਦੀ ਗ੍ਰੈਂਡ ਜਿਊਰੀ ਦੁਆਰਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਮੰਗਲਵਾਰ ਨੂੰ ਮੈਨਹਟਨ ਦੀ ਅਦਾਲਤ 'ਚ ਪੇਸ਼ ਹੋਣਗੇ। ਉਹ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਨੇ। ਇਸ ਦੇ ਨਾਲ ਹੀ ਉਹਨਾਂ ਦਾ 2024 ਚ ਮੁੜ ਵਾਈਟ ਹਾਊਸ ਦਾ ਸੁਪਨਾ ਜਿਹੜਾ ਪਹੁੰਚਣ ਦਾ ਹੈ ਟੁੱਟਦਾ ਨਜ਼ਰ ਆ ਰਿਹਾ। ਉਹਨਾਂ ਦੇ ਦਫ਼ਤਰ ਨੇ ਐਤਵਾਰ ਨੂੰ ਕਿਹਾ ਕਿ 76 ਸਾਲਾ ਨੇਤਾ ਦੇ ਸੋਮਵਾਰ ਨੂੰ ਆਪਣੇ ਮਾਰੇ-ਲਾਗੋ ਘਰ ਤੋਂ ਨਿਊਯਾਰਕ ਸਿਟੀ ਦੇ ਲਈ ਉਡਾਣ ਭਰਨ ਦੀ ਉਮੀਦ ਹੈ। ਅਦਾਲਤ ਦੀ ਸੁਣਵਾਈ ਤੋਂ ਬਾਅਦ ਉਹ ਫਲੋਰੀਡਾ ਵਿੱਚ ਆਪਣੇ ਰਿਜ਼ੋਰਟ ਵਿੱਚ ਵਾਪਸ ਆਉਣ ਦੀ ਯੋਜਨਾ ਬਣਾ ਰਹੇ ਨੇ, ਜਿੱਥੇ ਉਹ ਮੰਗਲਵਾਰ ਰਾਤ ਸਮਰਥਕਾਂ ਨੂੰ ਸੰਬੋਧਨ ਕਰ ਸਕਦੇ ਨੇ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ, ਮੈਂ ਸੋਮਵਾਰ ਨੂੰ ਦੁਪਹਿਰ 12 ਵਜੇ ਮਾਰੇ-ਲਾਗੋ ਤੋਂ ਨਿਕਲਾਂਗਾ ਤੇ ਨਿਊਯਾਰਕ ਦੇ ਟਰੰਪ ਟਾਵਰ ਜਾਵਾਂਗਾ। ਮੰਗਲਵਾਰ ਸਵੇਰੇ ਮੈਂ ਅਦਾਲਤ ਜਾ ਰਿਹਾ। ਵਿਸ਼ਵਾਸ ਕਰੋ ਜਾਂ ਨਾ ਕਰੋ, ਅਮਰੀਕਾ ਨੂੰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਸਾਬਕਾ ਰਾਸ਼ਟਰਪਤੀ ਦੇ ਅਪਰਾਧਿਕ ਦੋਸ਼ਾਂ ਦੇ ਮੱਦੇਨਜ਼ਰ ਸ਼ਹਿਰ 'ਚ ਉਹਨਾਂ ਦੇ ਸਮਰਥਕਾਂ ਅਤੇ ਪ੍ਰਦਰਸ਼ਨਕਾਰੀਆਂ ਦੇ ਦੁਆਰਾ ਪ੍ਰਦਰਸ਼ਨ ਕੀਤੇ ਜਾਣ ਦੀ ਉਮੀਦ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਤਿਆਰੀਆਂ ਕਰ ਲਈਆਂ ਨੇ। ਟਰੰਪ ਨੂੰ ਮੰਗਲਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਕਾਰਵਾਈ ਸੰਖੇਪ ਹੋਣ ਦੀ ਉਮੀਦ ਹੈ। ਸੁਣਵਾਈ ਦੇ ਦੌਰਾਨ ਦੋਸ਼ ਪੜ੍ਹੇ ਜਾਣਗੇ ਅਤੇ ਇਹ ਪ੍ਰਕਿਰਿਆ ਲਗਭਗ 10 ਤੋਂ 15 ਮਿੰਟ ਤੱਕ ਚੱਲੇਗੀ। 31 ਮਾਰਚ ਨੂੰ ਅਮਰੀਕਾ ਦੇ ਅਰਕਨਸਾਸ ਅਤੇ ਇਲੀਨੋਇਸ ਵਿੱਚ ਆਏ ਖਤਰਨਾਕ ਤੂਫਾਨ ਨੇ ਭਾਰੀ ਤਬਾਹੀ ਮਚਾਈ।
इस तूफान कारण 32 लोगों की मौत हुई ਅਤੇ कई लोग अजे भी ਜ਼ਖਮੀ ਨੇ। ਆਰਕਨਸਾਸ ਵਿੱਚ ਤੇਜ਼ ਰਫ਼ਤਾਰ ਤੂਫਾਨ ਕਾਰਨ ਕਈ ਘਰ ਢਹਿ ਚੁੱਕੇ ਨੇ। ਇਸ ਦੇ ਨਾਲ ਹੀ ਇਲੀਨੋਇਸ ਵਿੱਚ ਇੱਕ ਸੰਗੀਤ ਸਮਾਰੋਹ ਦੇ ਦੌਰਾਨ ਥੀਏਟਰ ਦੀ ਛੱਤ ਡਿੱਗ ਗਈ ਸੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। 28 ਲੋਕ ਜ਼ਖਮੀ ਹੋਏ। ਤੂਫਾਨ ਨੇ ਵੇਨ ਆਰਕਨਸਾਸ ਵਿੱਚ ਵੀ ਕਾਫੀ ਤਬਾਹੀ ਮਚਾਈ ਹੈ। ਇਸ ਨਾਲ 2 ਅਪ੍ਰੈਲ ਨੂੰ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ। ਰਾਸ਼ਟਰਪਤੀ ਜੋ ਬਾਈਡਨ ਨੇ ਇੱਕ ਬਿਆਨ 'ਚ ਕਿਹਾ ਕਿ ਅਸੀਂ ਅਜੇ ਵੀ ਨੁਕਸਾਨ ਦੀ ਪੂਰੀ ਮਾਤਰਾ ਦਾ ਮੁਲਾਂਕਣ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਪੂਰੇ ਅਮਰੀਕਾ ਦੇ ਵਿੱਚ ਪਰਿਵਾਰਾਂ ਅਤੇ ਅਜ਼ੀਜ਼ਾਂ ਦੀ ਮੌਤ ਦਾ ਸੋਗ ਮਨਾ ਰਹੇ ਨੇ। ਦੱਸ ਦਈਏ ਕਿ ਬਾਈਡਨ ਨੇ ਚੌੜੇ ਖੇਤਰਾਂ ਨੂੰ ਵੱਡੇ ਆਫਤ ਵਾਲੇ ਖੇਤਰਾਂ ਵਜੋਂ ਘੋਸ਼ਿਤ ਕੀਤਾ ਹੈ। ਰਾਸ਼ਟਰਪਤੀ ਮੌਸਮ ਸੇਵਾ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਬ੍ਰਿਜ਼ਵਿਲੇ ਡੈਲਾਵੇਅਰ ਨੇੜੇ ਤੂਫਾਨ ਨਾਲ ਕਈ ਘਰ ਤਬਾਹ ਹੋ ਗਏ। ਡੈਲਾਵੇਅਰ ਰਾਜ ਪੁਲਿਸ ਨੇ ਕਿਹਾ ਕਿ ਸ਼ਨੀਵਾਰ ਰਾਤ ਤੂਫਾਨ ਨਾਲ ਬੁਰੀ ਤਰ੍ਹਾਂ ਨੁਕਸਾਨੇ ਗਏ ਘਰ ਦੇ ਅੰਦਰ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ। ਮਰਨ ਵਾਲਿਆਂ ਵਿੱਚ ਇੱਕ ਟੈਨੇਸੀ ਕਾਉਂਟੀ ਵਿੱਚ ਘੱਟੋ ਘੱਟ 9, ਇੰਡੀਆਨਾ ਵਿੱਚ 5 ਅਤੇ ਇਲੀਨੋਇਸ ਵਿੱਚ 4 ਸ਼ਾਮਲ ਨੇ। ਅਲਬਾਮਾ ਅਤੇ ਮਿਸੀਸਿਪੀ ਵਿੱਚ 31 ਮਾਰਚ ਦੀ ਰਾਤ ਤੋਂ 1 ਅਪ੍ਰੈਲ ਤੱਕ ਤੂਫਾਨ ਕਾਰਨ ਕਈ ਹੋਰ ਮੌਤਾਂ ਹੋਈਆਂ। ਵੇਨ ਅਤੇ ਆਰਕਨਸਾਸ ਵਿੱਚ ਇੱਕ ਹਾਈ ਸਕੂਲ ਦੀ ਵੀ ਛੱਤ ਡਿੱਗ ਗਈ। ਇਸ ਤੂਫਾਨ ਕਾਰਨ ਇੱਥੇ ਘੱਟੋ ਘੱਟ 4 ਲੋਕਾਂ ਦੀ ਮੌਤ ਹੋਈ। ਦੱਸ ਦਈਏ ਕਿ ਇਸ ਤੂਫਾਨ ਕਾਰਨ ਆਰਕਨਸਾਸ ਸੂਬੇ ਦੇ ਕਰੀਬ 90,000 ਘਰਾਂ ਦੀਆਂ ਲਾਈਟਾਂ ਚਲੀਆਂ ਗਈਆਂ। ਹਮਲਾ ਕਰਨ, ਧਮਕੀਆਂ ਦੇਣ ਅਤੇ ਸ਼ਰਾਰਤਾਂ ਕਰਨ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ 28 ਸਾਲਾ ਸਿੱਖ ਨੌਜਵਾਨ ਨੇ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ਵਿੱਚ ਆਤਮ ਸਮਰਪਣ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। 31 ਮਾਰਚ ਨੂੰ ਆਤਮ ਸਮਰਪਣ ਕਰਨ ਵਾਲਾ ਮਨਵੀਰ ਸਿੰਘ ਢੇਸੀ ਸਰੀ ਵਿੱਚ ਰਹਿੰਦਾ ਹੈ, ਪਰ ਪੁਲਿਸ ਨੇ ਕਿਹਾ ਕਿ ਉਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਬਰਨਬੀ ਵਿੱਚ ਵੀ ਆਉਂਦਾ ਜਾਂਦਾ ਰਹਿੰਦਾ ਹੈ। ਬਰਨਬੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿਆਪਕ ਗ੍ਰਿਫਤਾਰੀ ਬਰੰਟ ਉੱਤੇ ਲੋੜੀਂਦੇ ਢੇਸੀ ਦਾ ਪਤਾ ਲਗਾਉਣ ਵਿੱਚ ਜਨਤਕ ਸਹਾਇਤਾ ਦੀ ਮੰਗ ਕੀਤੀ ਗਈ ਸੀ। ਬਰਨਬੀ ਨਾਓ ਦੀ ਰਿਪੋਰਟ ਦੇ ਅਨੁਸਾਰ 31 ਮਾਰਚ ਨੂੰ ਜ਼ਮਾਨਤ ਦੀ ਸੁਣਵਾਈ ਦੌਰਾਨ ਪੇਸ਼ ਕੀਤੀ ਜਾਣਕਾਰੀ ਦੇ ਅਨੁਸਾਰ ਢੇਸੀ ਤੇ ਲੱਗੇ ਦੋਸ਼ 13 ਮਾਰਚ ਨੂੰ ਉਸਦੀ ਸਾਬਕਾ ਪ੍ਰੇਮਿਕਾ ਦੇ ਘਰ ਕਥਿਤ ਘਟਨਾਵਾਂ ਨਾਲ ਸੰਬੰਧਿਤ ਨੇ। ਕ੍ਰਾਊਨ ਪ੍ਰੋਸੀਕਿਊਟਰ ਜੈਨਫਰ ਦੇ ਅਨੁਸਾਰ ਉਸਦੀ ਸਾਬਕਾ ਪ੍ਰੇਮਿਕਾ, ਉਸਦੀ ਭੈਣ, ਉਸਦੀ ਭਰਜਾਈ ਅਤੇ ਉਸਦੀ ਭਰਜਾਈ ਦਾ ਭਰਾ ਸਾਰੇ ਘਰ ਵਿੱਚ ਸਨ। ਉਦੋਂ ਢੇਸੀ ਬਿਨਾਂ ਸਹਿਮਤੀ ਦੇ ਉਹਨਾਂ ਦੇ ਘਰ ਵਿੱਚ ਦਾਖਲ ਹੋ ਗਿਆ ਅਤੇ ਉਸਨੇ ਕਥਿਤ ਤੌਰ ਤੇ 2 ਵਿਅਕਤੀਆਂ ਤੇ ਹਮਲਾ ਕੀਤਾ। ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਅਦਾਲਤ ਦੇ ਜੱਜ ਜ਼ੈਫਰੀ ਨੇ ਢੇਸੀ ਨੂੰ $500 ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਤੇ ਉਸਨੂੰ ਉਸਦੀ ਸਾਬਕਾ ਪ੍ਰੇਮਿਕਾ ਦੇ ਘਰ ਦੇ 2 ਬਲਾਕਾਂ ਦੇ ਅੰਦਰ ਨਾ ਜਾਣ ਜਾਂ ਉਸਦੇ ਕਿਸੇ ਵੀ ਕਥਿਤ ਪੀੜਤ ਦੇ ਨਾਲ ਸੰਪਰਕ ਨਾ ਕਰਨ ਲਈ ਕਿਹਾ ਹੈ। ਅਗਲੀ ਸੁਣਵਾਈ 27 ਅਪ੍ਰੈਲ ਨੂੰ ਹੋਣੀ ਹੈ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਹੁਣ ਮਨਿੰਦਰਜੀਤ ਸਿੰਘ ਬਿੱਟਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਸੰਬੰਧੀ ਬਿੱਟਾ ਵੱਲੋਂ ਦਿੱਲੀ NCR 'ਚ ਧਾਰਾ 506 ਤਹਿਤ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਬਿੱਟਾ ਨੇ ਉਹਨਾਂ ਦੀ ਸੁਰੱਖਿਆ 'ਚ ਤਾਇਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਅਮੋਲ ਨੇ ਰਿਪੋਰਟ ਦਰਜ ਕਰਵਾਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਇੱਕ ਅਣਪਛਾਤੇ ਨੰਬਰ ਤੋਂ ਉਹਨਾਂ ਨੂੰ ਫੋਨ ਆਇਆ। ਬਿੱਟਾ ਦਾ ਮੋਬਾਈਲ ਉਦੋਂ ਉਹਨਾਂ ਦੇ ਕੋਲ ਸੀ ਅਤੇ ਉਹਨਾਂ ਨੇ ਫੋਨ ਰਿਸੀਵ ਕੀਤਾ ਸੀ। ਰਿਪੋਰਟ 'ਚ ਕਿਹਾ ਗਿਆ ਕਿ ਫੋਨ ਕਰਨ ਵਾਲਾ ਵਿਅਕਤੀ ਗਾਲਾਂ ਕੱਢ ਰਿਹਾ ਸੀ ਅਤੇ ਬਿੱਟਾ ਵੱਲੋਂ ਜਨਤਕ ਤੌਰ ਤੇ ਕੀਤੀ ਜਾਣ ਵਾਲੀ ਬਿਆਨਬਾਜ਼ੀ ਨੂੰ ਲੈ ਕੇ ਪੁੱਠਾ ਸਿੱਧਾ ਬੋਲ ਰਿਹਾ ਸੀ। ਸਿੱਖ ਹੈਰੀਟੇਜ ਮੰਥ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਆਗੂ ਤੇ ਵਿਰੋਧੀ ਧਿਰ ਦੇ ਲੀਡਰ ਪਿਆਰ ਨੇ ਆਖਿਆ ਹੈ ਕਿ ਸਾਡੇ ਦੇਸ਼ ਲਈ ਸਿੱਖ ਭਾਈਚਾਰੇ ਵੱਲੋਂ ਜਿਹੜਾ ਅਦੁੱਤੀ ਯੋਗਦਾਨ ਪਾਇਆ ਗਿਆ ਹੈ, ਉਸ ਦੀ ਪਛਾਣ ਕਰਨ ਤੇ ਉਸ ਤੋਂ ਸੇਧ ਲੈਣ ਦਾ ਸਮਾਂ ਆ ਗਿਆ। ਜ਼ਿਕਰਯੋਗ ਹੈ ਕਿ ਹਰ ਸਾਲ ਅਪ੍ਰੈਲ ਦੇ ਮਹੀਨੇ ਨੂੰ ਕੈਨੇਡਾ ਵਿੱਚ ਸਿੱਖ ਹੈਰੀਟੇਜ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ 20ਵੀਂ ਸਦੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਿੱਖ ਕੈਨੇਡਾ ਆਉਣ ਲੱਗ ਗਏ ਸੀਗੇ ਤੇ ਆਪਣੇ ਨਾਲ ਉਹ ਆਪਣੇ ਇਤਿਹਾਸ, ਸੱਭਿਆਚਾਰ ਤੇ ਰਵਾਇਤਾਂ ਦਾ ਸਰਮਾਇਆ ਵੀ ਲੈ ਕੇ ਆਏ ਸਨ। ਇਸ ਨਾਲ ਸਾਡੀ ਜ਼ਮੀਨ ਵੀ ਸਰਾਸਾਰ ਹੋ ਗਈ ਤੇ ਵੰਨ-ਸੁਵੰਨਤਾ ਨੂੰ ਅਸੀਂ ਖੁੱਲ੍ਹ ਕੇ ਅਪਣਾਉਣ ਲੱਗ ਪਏ ਤੇ ਅਸੀਂ ਹੋਰਨਾਂ ਲਈ ਵੀ ਆਪਣੀਆਂ ਬਾਹਾਂ ਖੋਲ੍ਹ ਦਿੱਤੀਆਂ। ਉਹਨਾਂ ਨੇ ਆਖਿਆ ਕਿ 5 ਦਰਿਆਵਾਂ ਦੀ ਧਰਤੀ ਨੂੰ ਛੱਡ ਕੇ ਆਏ ਸਿੱਖਾਂ ਨੇ ਨਾ ਕੇਵਲ ਆਪਣੇ ਸਗੋਂ ਆਪਣੇ ਬੱਚਿਆਂ ਤੇ ਹੋਰਨਾਂ ਲਈ ਵੀ ਨਵੀਆਂ ਜ਼ਿੰਦਗੀਆਂ ਦੇ ਰਾਹ ਖੋਲ੍ਹੇ। ਆਪਣੇ ਨਾਲ ਸਿੱਖ ਆਪਣੀਆਂ ਕਦਰਾਂ ਕੀਮਤਾਂ, ਪਿਆਰ, ਰਹਿਮ, ਚੈਰਿਟੀ, ਵਫਾਦਾਰੀ ਵਰਗੇ ਗੁਣ ਵੀ ਲੈ ਕੇ ਆਏ। ਬਹੁਤ ਸਾਰੇ ਸਿੱਖ ਆਪਣੇ ਨਾਲ ਬਹੁਤ ਘੱਟ ਪੈਸੇ ਤੇ ਆਪਣੀ ਸੰਪਤੀ ਦੇ ਨਾਂ ਉੱਤੇ ਕੁਝ ਵੀ ਗਿਣਵੀਆਂ ਚੁਣਵੀਆਂ ਚੀਜ਼ਾਂ ਲਿਆ ਸਕੇ, ਪਰ ਇੱਥੇ ਆ ਕੇ ਸਿੱਖਾਂ ਨੇ ਜਿਨ੍ਹਾਂ ਕਦਰਾਂ ਕੀਮਤਾਂ ਦਾ ਨਿਰਮਾਣ ਕੀਤਾ ਉਹ ਆਉਣ ਵਾਲੀਆਂ ਕਈ ਨਸਲਾਂ ਤੱਕ ਮਿਟ ਨਹੀਂ ਸਕਣਗੀਆਂ ਤੇ ਸਿੱਖਾਂ ਦੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਦੇ ਲਈ ਮਿਸਾਲ ਬਣਨਗੀਆਂ। ਉਹਨਾਂ ਨੇ ਕਿਹਾ ਕਿ ਅੱਜ 8 ਲੱਖ ਸਿੱਖ ਕੈਨੇਡਾ ਨੂੰ ਆਪਣਾ ਘਰ ਦੱਸਦੇ ਨੇ ਤੇ ਸਾਡੇ ਦੇਸ਼ ਨੂੰ ਮਾਣ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ ਨਾਲੋਂ ਸਾਡੇ ਕੋਲ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ ਹੈ। ਸਾਡੇ ਦੇਸ਼ ਦੇ ਹਰ ਸੈਕਟਰ ਤੇ ਇੰਡਸਟਰੀ ਵਿੱਚ ਸਿੱਖਾਂ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ ਤੇ ਸਾਡੇ ਦੇਸ਼ ਦੇ ਵਿਕਾਸ ਵਿੱਚ ਵੀ ਸਿੱਖਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਪਿਛਲੇ 120 ਸਾਲਾਂ ਤੋਂ ਉਹਨਾਂ ਦੇ ਗੁਰਦੁਆਰਾ ਕਮਿਊਨਿਟੀਜ਼ ਲਈ ਚਾਨਣ ਮਨਾਰੇ ਬਣੇ ਹੋਏ ਨੇ, ਜਿੱਥੇ ਲੋੜੀਂਦਾਂ ਦੀ, ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਨਵੀਂ ਆਸ ਦੀ ਕਿਰਨ ਵੀ ਵਿਖਾਈ ਜਾਂਦੀ ਹੈ।
ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।